ਮੇਰਾ ਪਤੀ ਇੱਕ ਨਾਮਰਦ ਸੀ, ਪਰ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ ਕਿਉਂਕਿ ਉਹ ਬਹੁਤ ਵਧੀਆ ਇਨਸਾਨ ਸੀ ਤੇ ਉਸਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਇੱਕ ਦਿਨ ਮੈਨੂੰ ਚੱਕਰ ਆਇਆ ਤਾਂ ਮੇਰਾ ਪਤੀ ਡਾਕਟਰ ਦੇ ਕੋਲ ਲੈ ਗਿਆ। ਚੈੱਕਅਪ ਤੋਂ ਬਾਅਦ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਸੀ। ਮੇਰੀ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਮੇਰੇ ਪਤੀ ਨੇ ਜੋ ਮੇਰੇ ਨਾਲ ਕੀਤਾ ਉਹ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ, ਕਿਉਂਕਿ ਮੇਰਾ ਨਾਂ ਕੁਲਜੀਤ ਹੈ। ਮੇਰੀ ਉਮਰ 35 ਤੋਂ 36 ਸਾਲ ਹੋ ਚੁੱਕੀ ਸੀ, ਪਰ ਅਜੇ ਤੱਕ ਮੇਰਾ ਵਿਆਹ ਨਹੀਂ ਹੋਇਆ ਸੀ ਕਿਉਂਕਿ ਮੇਰੇ ਮਾਂ-ਬਾਪ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਤੇ ਮੇਰੇ ਉੱਪਰ ਮੇਰੀਆਂ 2 ਛੋਟੀਆਂ ਭੈਣਾਂ ਦੀ ਜ਼ਿੰਮੇਵਾਰੀ ਸੀ। ਮੈਂ ਛੋਟੀ-ਮੋਟੀ ਨੌਕਰੀ ਕਰਕੇ ਆਪਣੀਆਂ ਭੈਣਾਂ ਦਾ ਪੇਟ ਪਾਲ ਰਹੀ ਸੀ। ਕੁਝ ਟਾਈਮ ਬਾਅਦ ਮੈਂ ਆਪਣੀ ਭੈਣਾਂ ਦਾ ਵਿਆਹ ਕਰ ਦਿੱਤਾ। ਆਪਣੀਆਂ ਦੋਹਾਂ ਭੈਣਾਂ ਦੇ ਵਿਆਹ ਤੋਂ ਬਾਅਦ ਮੈਂ ਘਰ ਵਿੱਚ ਇਕੱਲੀ ਰਹਿ ਗਈ। ਮਾਂ-ਬਾਪ ਦਾ ਸਾਇਆ ਤਾਂ ਪਹਿਲਾਂ ਹੀ ਉੱਠ ਗਿਆ ਸੀ ਤੇ ਹੁਣ ਭੈਣਾਂ ਵੀ ਪਰਾਈਆਂ ਹੋ ਚੁੱਕੀਆਂ ਸੀ। ਇਕੱਲੇਪਨ ਦੀ ਵਜ੍ਹਾ ਕਰਕੇ ਹੁਣ ਮੈਨੂੰ ਵੀ ਕਿਸੇ ਦੇ ਸਾਥ ਦੀ ਜ਼ਰੂਰਤ ਸੀ। ਮੈਨੂੰ ਆਪਣੀ ਜ਼ਿੰਦਗੀ ਵਿੱਚ ਅਜਿਹੇ ਸਾਥੀ ਦੀ ਜ਼ਰੂਰਤ ਸੀ ਜੋ ਮੇਰੀ ਤਨਹਾਈ ਨੂੰ ਦੂਰ ਕਰ ਸਕੇ ਤੇ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇ। ਮੇਰੀ ਉਮਰ ਜ਼ਿਆਦਾ ਹੋਣ ਕਰਕੇ ਕੋਈ ਮੇਰੇ ਲਈ ਰਿਸ਼ਤਾ ਵੀ ਨਹੀਂ ਆਉਂਦਾ ਸੀ। ਮੇਰੇ ਦਿਨ ਇਸ ਤਰ੍ਹਾਂ ਹੀ ਗੁਜ਼ਰ ਰਹੇ ਸੀ। ਫਿਰ ਇੱਕ ਦਿਨ ਮੈਂ ਬਾਜ਼ਾਰ ਗਈ, ਉੱਥੇ ਮੇਰੀ ਪੁਰਾਣੀ ਸਹੇਲੀ ਮਿਲ ਗਈ। ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਚਿਰਾਂ ਬਾਅਦ ਮਿਲੀਆਂ ਸੀ। ਉਸ ਦਾ ਵਿਆਹ ਹੋ ਗਿਆ ਸੀ ਤੇ ਉਸਦੇ ਬੱਚੇ ਵੀ ਹੋ ਗਏ ਸੀ। ਉਸ ਨੇ ਅਚਾਨਕ ਮੇਰੇ ਵਿਆਹ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਸਭ ਸੱਚ ਦੱਸ ਦਿੱਤਾ। ਗੱਲਾਂ ਵਿੱਚ ਉਸਨੇ ਦੱਸਿਆ ਕਿ ਉਸ ਦਾ ਇੱਕ ਭਰਾ ਹੈ ਜਿਸ ਦੀ ਉਮਰ ਕਰੀਬ 40 ਸਾਲ ਹੋ ਗਈ ਹੈ ਤੇ ਉਸ ਦਾ ਵਿਆਹ ਵੀ ਹੋ ਗਿਆ ਸੀ, ਪਰ ਉਸ ਦੀ ਪਤਨੀ ਇਸ ਲਈ ਛੱਡ ਕੇ ਚਲੇ ਗਈ ਕਿਉਂਕਿ ਉਸ ਦਾ ਭਰਾ ਆਪਣੀ ਪਤਨੀ ਨੂੰ ਔਲਾਦ ਦੀ ਖੁਸ਼ੀ ਨਹੀਂ ਦੇ ਸਕਦਾ ਸੀ। ਮੇਰੀ ਸਹੇਲੀ ਦੇ ਘਰ ਰੁਪਏ ਪੈਸਿਆਂ ਦੀ ਕਮੀ ਨਹੀਂ ਸੀ, ਬਸ ਇੱਕ ਹੀ ਕਮੀ ਸੀ ਕਿ ਉਸ ਦਾ ਭਰਾ ਔਲਾਦ ਪੈਦਾ ਨਹੀਂ ਕਰ ਸਕਦਾ ਸੀ। ਉਹ ਮੇਰੇ ਨਾਲ ਇਹ ਸਭ ਗੱਲਾਂ ਕਰ ਹੀ ਰਹੀ ਸੀ ਕਿ ਮੇਰੇ ਮੂੰਹ 'ਚ ਨਿਕਲ ਗਿਆ ਕਿ ਤੂੰ ਆਪਣੇ ਭਰਾ ਨਾਲ ਮੇਰਾ ਵਿਆਹ ਕਰਵਾ ਦੇ। ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਤੇਰੇ ਭਰਾ ਨੂੰ ਕਦੇ ਛੱਡ ਕੇ ਨਹੀਂ ਜਾਵਾਂਗੀ ਤੇ ਨਾ ਹੀ ਕਦੇ ਕਿਸੇ ਗੱਲ ਦੇ ਤਾਨੇ ਦੇਵਾਂਗੀ। ਮੇਰੀਆਂ ਗੱਲਾਂ ਸੁਣ ਕੇ ਮੇਰੀ ਸਹੇਲੀ ਹੈਰਾਨ ਹੋ ਗਈ। ਉਸਨੇ ਕਿਹਾ, ਇੰਨੀ ਵੱਡੀ ਸੱਚਾਈ ਜਾਣ ਕੇ ਵੀ ਤੂੰ ਮੇਰੇ ਭਰਾ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ? ਮੈਂ ਉਸ ਨੂੰ ਕਿਹਾ, ਇਸ ਤਰ੍ਹਾਂ ਜੀਣ ਨਾਲੋਂ ਚੰਗਾ ਮੈਂ ਤੇਰੇ ਭਰਾ ਦਾ ਸਹਾਰਾ ਬਣਾ ਤੇ ਉਹ ਮੇਰਾ। ਆਖਿਰ ਮੈਂ ਕਦੋਂ ਤੱਕ ਇਕੱਲੀ ਰਹਾਂਗੀ? ਮੇਰਾ ਹਾਲ ਤਾਂ ਅਜਿਹਾ ਹੈ ਜੇ ਮੈਂ ਮਰ ਵੀ ਗਈ ਤਾਂ ਕਿਸੇ ਨੂੰ ਕੰਨੋ ਕੰਨੀ ਖਬਰ ਤੱਕ ਨਹੀਂ ਹੋਣੀ। ਮੇਰੀ ਸਹੇਲੀ ਮੇਰਾ ਇਹ ਫੈਸਲਾ ਸੁਣ ਕੇ ਖੁਸ਼ ਹੋ ਗਈ ਕਿਉਂਕਿ ਘਰ ਵਿੱਚ ਕਿਸੇ ਔਰਤ ਦੀ ਜ਼ਰੂਰਤ ਸੀ। ਉਸ ਦੀ ਮਾਂ ਬਹੁਤ ਸਮਾਂ ਪਹਿਲਾਂ ਮਰ ਗਈ ਸੀ ਤੇ ਉਸ ਦਾ ਭਰਾ ਆਪਣੇ ਬੁੱਢੇ ਬਾਪ ਨਾਲ ਰਹਿੰਦਾ ਸੀ। ਉਸ ਨੇ ਕਿਹਾ, ਮੈਂ ਆਪਣੇ ਭਰਾ ਨੂੰ ਪੁੱਛ ਕੇ ਦੱਸਦੀ ਹਾਂ। ਵੈਸੇ ਵੀ ਇਹ ਵਿਆਹ ਨੂੰ ਪੱਕਾ ਹੀ ਸਮਝੀ ਕਿਉਂਕਿ ਮੇਰੇ ਭਰਾ ਨੂੰ ਤੇਰੇ ਜਿਹੀ ਕੁੜੀ ਦੀ ਜ਼ਰੂਰਤ ਆ। ਫਿਰ ਇੱਕ ਦਿਨ ਮੇਰੀ ਸਹੇਲੀ ਮੇਰੇ ਘਰ ਆਈ ਤੇ ਉਹ ਬਹੁਤ ਖੁਸ਼ ਸੀ। ਉਸ ਨੇ ਕਿਹਾ, ਮੇਰਾ ਭਰਾ ਇਹ ਵਿਆਹ ਕਰਨ ਨੂੰ ਤਿਆਰ ਹੈ, ਪਰ ਸਾਡੀ ਇੱਕ ਸ਼ਰਤ ਆ। ਮੈਂ ਘਬਰਾ ਕੇ ਪੁੱਛਿਆ, ਕੀ? ਉਸ ਨੇ ਕਿਹਾ, ਮੇਰਾ ਭਰਾ ਚਾਹੁੰਦਾ ਕਿ ਦੁਨੀਆ ਵਿੱਚ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਨਾਮਰਦ ਹਾਂ। ਮੈਂ ਕਿਹਾ, ਬਸ ਇੰਨੀ ਕੁ ਗੱਲ, ਤੁਸੀਂ ਬੇਫਿਕਰ ਹੋ ਜਾਵੋ। ਅਗਲੇ ਕੁਝ ਦਿਨਾਂ 'ਚ ਮੇਰਾ ਤੇ ਗੁਰਜੀਤ ਦਾ ਵਿਆਹ ਹੋ ਗਿਆ। ਲੋਕ ਤਾਂ ਇਹ ਦੇਖ ਕੇ ਹੈਰਾਨ ਸੀ ਕਿ ਇਕੱਲੀ ਲੜਕੀ ਦਾ ਇੰਨਾ ਵਧੀਆ ਰਿਸ਼ਤਾ ਕਿੱਥੋਂ ਹੋ ਗਿਆ। ਮੈਂ ਵਿਆਹ ਤੋਂ ਬਾਅਦ ਜਦੋਂ ਗੁਰਜੀਤ ਦੇ ਘਰ ਆਈ ਤਾਂ ਇਹ ਦੇਖ ਕੇ ਹੈਰਾਨ ਸੀ ਕਿ ਗੁਰਜੀਤ ਦਾ ਘਰ ਆਲੀਸ਼ਾਨ ਬੰਗਲਾ ਸੀ। ਮੇਰਾ ਕਮਰਾ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ। ਮੈਂ ਅੰਦਰ ਬੈਠੀ ਤਾਂ ਗੁਰਜੀਤ ਕਮਰੇ ਵਿੱਚ ਆਏ, ਪਰ ਉਹਨਾਂ ਦੇ ਅੰਦਰ ਇੱਕ ਝਿਜਕ ਸੀ। ਉਹਨਾਂ ਨੂੰ ਆਪਣੇ ਅੰਦਰ ਦੀ ਕਮੀ ਦਾ ਡਰ ਸੀ, ਪਰ ਮੈਂ ਇੱਕ ਮੈਚਿਓਰ ਔਰਤ ਸੀ। ਮੈਂ ਉਸ ਦਾ ਹੱਥ ਫੜ ਕੇ ਕਿਹਾ, ਤੁਸੀਂ ਪਰੇਸ਼ਾਨ ਨਾ ਹੋਵੋ, ਇਹ ਗੱਲ ਮੈਂ ਆਪਣੇ ਕਮਰੇ ਤੋਂ ਬਾਹਰ ਕਦੇ ਨਹੀਂ ਜਾਣ ਦੇਵਾਂਗੀ ਤੇ ਨਾ ਹੀ ਮੈਂ ਕਦੇ ਇਸ ਗੱਲ ਦਾ ਜ਼ਿਕਰ ਕਰਾਂਗੀ। ਮੇਰਾ ਇੰਨਾ ਕਹਿਣ ਤੇ ਗੁਰਜੀਤ ਦਾ ਚਿਹਰਾ ਖਿੜ ਉੱਠਿਆ ਤੇ ਉਹ ਕਹਿਣ ਲੱਗੇ, ਤੈਨੂੰ ਦੇਖ ਕੇ ਲੱਗਦਾ ਹੁਣ ਮੇਰੀ ਜ਼ਿੰਦਗੀ ਵਿੱਚ ਮੈਨੂੰ ਸਭ ਕੁਝ ਮਿਲ ਗਿਆ। ਫਿਰ ਗੁਰਜੀਤ ਆਪਣੀ ਪਹਿਲੀ ਪਤਨੀ ਬਾਰੇ ਦੱਸਣ ਲੱਗੇ ਕਿ ਸਾਡੇ ਵਿਆਹ ਹੋਏ ਨੂੰ 1 ਸਾਲ ਲੰਘ ਗਿਆ ਪਰ ਬੱਚਾ ਨਾ ਹੋਇਆ। ਅਸੀਂ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਮੇਰੇ ਵਿੱਚ ਹੀ ਕਮੀ ਦੱਸੀ ਤੇ ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ।
ਤਾਂ ਹੀ ਮੈਂ ਦੁਬਾਰਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ, ਕਿਉਂਕਿ ਮੈਨੂੰ ਸੀ ਜੇ ਕੋਈ ਮੇਰੀ ਜ਼ਿੰਦਗੀ ਵਿੱਚ ਆਈ ਉਸਨੇ ਫਿਰ ਮੈਨੂੰ ਛੱਡ ਕੇ ਚਲੇ ਜਾਣਾ ਤੇ ਮੈਂ ਵਾਰ-ਵਾਰ ਟੁੱਟਣਾ ਨਹੀਂ ਚਾਹੁੰਦਾ ਸੀ। ਮੇਰੇ ਦਿਲ ਵਿੱਚ ਵੀ ਬੱਚੇ ਦੀ ਤਮੰਨਾ ਸੀ, ਪਰ ਮੈਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਮੇਰਾ ਪਤੀ ਕਦੇ ਬਾਪ ਨਹੀਂ ਬਣ ਸਕਦਾ। ਇਸ ਲਈ ਮੈਂ ਔਲਾਦ ਦੀ ਖਵਾਇਸ਼ ਨੂੰ ਆਪਣੇ ਅੰਦਰ ਹੀ ਮਾਰ ਦਿੱਤਾ ਤੇ ਗੁਰਜੀਤ ਨੂੰ ਯਕੀਨ ਦਿਵਾਇਆ ਕਿ ਮੈਂ ਤੇਰੇ ਤੋਂ ਬੱਚੇ ਦੀ ਖਵਾਇਸ਼ ਨਹੀਂ ਰੱਖਾਂਗੀ। ਦਿਨ ਗੁਜ਼ਰਦੇ ਗਏ ਤੇ ਮੈਂ ਗੁਰਜੀਤ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਉਂਦੀ ਜਾ ਰਹੀ ਸੀ। ਮੈਂ ਗੁਰਜੀਤ ਦੀ ਤੇ ਉਸਦੇ ਬਾਪ ਦੀ ਬਹੁਤ ਸੇਵਾ ਕਰਦੀ। ਇੱਕ ਦਿਨ ਅਸੀਂ ਟੇਬਲ ਤੇ ਬੈਠ ਕੇ ਖਾਣਾ ਖਾ ਰਹੇ ਸੀ ਕਿ ਮੈਨੂੰ ਚੱਕਰ ਆਉਣ ਲੱਗੇ ਤੇ ਮੈਂ ਡਿੱਗਦੀ ਬਚੀ। ਗੁਰਜੀਤ ਮੈਨੂੰ ਡਾਕਟਰ ਦੇ ਕੋਲ ਲੈ ਗਏ। ਜਦੋਂ ਡਾਕਟਰ ਨੇ ਚੈੱਕਅਪ ਕੀਤਾ ਤਾਂ ਜੋ ਉਹਨਾਂ ਨੇ ਕਿਹਾ ਉਹ ਸੁਣ ਕੇ ਮੈਂ ਤੇ ਮੇਰਾ ਪਤੀ ਸੁੰਨ ਹੋ ਗਏ। ਡਾਕਟਰ ਨੇ ਖੁਸ਼ ਹੋ ਕੇ ਕਿਹਾ ਕਿ ਤੂੰ ਮਾਂ ਬਣਨ ਵਾਲੀ ਆ। ਮੈਂ ਤੇ ਗੁਰਜੀਤ ਇੱਕ ਦੂਜੇ ਨੂੰ ਅਜੀਬ ਨਜ਼ਰਾਂ ਨਾਲ ਦੇਖਣ ਲੱਗੇ, ਕਿਉਂਕਿ ਮੈਨੂੰ ਤੇ ਗੁਰਜੀਤ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਗੁਰਜੀਤ ਕਦੇ ਬਾਪ ਨਹੀਂ ਬਣ ਸਕਦਾ ਸੀ ਤੇ ਫਿਰ ਇਹ ਬੱਚਾ ਕਿਸ ਦਾ ਸੀ। ਆਖਿਰ ਮੈਂ ਪ੍ਰੈਗਨੈਂਟ ਕਿਵੇਂ ਹੋਈ? ਡਾਕਟਰ ਦੇ ਹੱਥ ਵਿੱਚੋਂ ਗੁਰਜੀਤ ਨੇ ਰਿਪੋਰਟ ਲਈ ਤੇ ਬਿਨਾਂ ਕੁਝ ਕਹੇ ਮੈਨੂੰ ਬਾਂਹ ਤੋਂ ਫੜ ਕੇ ਗੱਡੀ ਤੱਕ ਲੈ ਆਏ ਤੇ ਇੰਨੇ ਗੁੱਸੇ ਵਿੱਚ ਸੀ ਕਿ ਗੱਡੀ ਇੰਨੀ ਤੇਜ਼ ਚਲਾਈ ਕਿ ਮੈਂ ਡਰ ਗਈ। ਮੈਨੂੰ ਵੀ ਸਮਝ ਨਹੀਂ ਆ ਰਿਹਾ ਸੀ ਆਖਿਰ ਇਹ ਹੋ ਕੀ ਰਿਹਾ। ਘਰੇ ਮੇਰਾ ਸਹੁਰਾ ਸਾਹਿਬ ਸਾਡਾ ਇੰਤਜ਼ਾਰ ਕਰ ਰਹੇ ਸੀ। ਸਾਡੇ ਘਰ ਆਉਂਦਿਆਂ ਹੀ ਉਹਨਾਂ ਨੇ ਫਿਕਰ ਨਾਲ ਪੁੱਛਿਆ, ਕੀ ਦੱਸਿਆ ਡਾਕਟਰ ਨੇ? ਗੁਰਜੀਤ ਨੇ ਗੁੱਸੇ ਵਿੱਚ ਕਿਹਾ, ਤੁਹਾਡੀ ਨੂੰਹ ਮਾਂ ਬਣਨ ਵਾਲੀ ਆ, ਜਦ ਕਿ ਮੈਂ ਬਹੁਤ ਚੰਗੇ ਤਰੀਕੇ ਨਾਲ ਜਾਣਦਾ ਕਿ ਇਹ ਬੱਚਾ ਮੇਰਾ ਨਹੀਂ ਆ। ਗੁਰਜੀਤ ਦੀਆਂ ਗੱਲਾਂ ਸੁਣ ਕੇ ਮੇਰੇ ਸਹੁਰਾ ਸਾਹਿਬ ਹੈਰਾਨਗੀ ਨਾਲ ਪੁੱਛਣ ਲੱਗੇ, ਇਹ ਕੀ ਕਹਿ ਰਿਹਾ ਤੂੰ? ਮੈਂ ਹਾਲ ਵਿੱਚ ਪਏ ਸੋਫੇ ਤੇ ਬੈਠ ਗਈ, ਕਿਉਂਕਿ ਮੇਰੇ ਵਿੱਚ ਹੁਣ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਸੀ, ਕਿਉਂਕਿ ਮੈਂ ਬੇਕਸੂਰ ਸੀ। ਲੇਕਿਨ ਮੇਰਾ ਪਤੀ ਚੀਕ ਕੇ ਮੈਨੂੰ ਬੇਇੱਜ਼ਤ ਕਰ ਰਿਹਾ ਸੀ। ਗੁਰਜੀਤ ਦੀਆਂ ਗੱਲਾਂ ਸੁਣ ਕੇ ਮੇਰਾ ਸਹੁਰਾ ਸਾਹਿਬ ਗੁੱਸੇ ਵਿੱਚ ਬੋਲੇ, ਕੁਝ ਤਾਂ ਸੋਚ ਸਮਝ ਕੇ ਗੱਲ ਕਰਿਆ ਕਰ। ਆਪਣੀ ਪਤਨੀ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਕੁਝ ਤਾਂ ਸ਼ਰਮ ਕਰ। ਆਪਣੇ ਸਹੁਰੇ ਸਾਹਿਬ ਦੀਆਂ ਗੱਲਾਂ ਸੁਣ ਕੇ ਮੈਨੂੰ ਥੋੜੀ ਹਿੰਮਤ ਮਿਲੀ। ਮੈਂ ਰੋਂਦੀ ਨੇ ਗੁਰਜੀਤ ਨੂੰ ਕਿਹਾ ਕਿ ਮੈਂ ਨਹੀਂ ਜਾਣਦੀ ਸੀ ਕਿ ਇਹ ਬੱਚਾ ਮੇਰੇ ਪੇਟ ਵਿੱਚ ਕਿਵੇਂ ਆਇਆ, ਕਿਉਂਕਿ ਮੇਰੀ ਜ਼ਿੰਦਗੀ ਵਿੱਚ ਤੇਰੇ ਤੋਂ ਇਲਾਵਾ ਕੋਈ ਨਹੀਂ ਆ। ਗੁਰਜੀਤ ਨੇ ਗੁੱਸੇ ਵਿੱਚ ਕਿਹਾ, ਤੂੰ ਤਾਂ ਚੁੱਪ ਹੀ ਰਹਿ। ਅੱਜ ਮੈਨੂੰ ਪਤਾ ਲੱਗਿਆ ਤੇਰਾ ਵਿਆਹ ਕਿਉਂ ਨਹੀਂ ਹੋ ਰਿਹਾ ਸੀ ਤੇ ਤੂੰ ਮੇਰੇ ਨਾਲ ਵਿਆਹ ਇਸ ਕਰਕੇ ਹੀ ਕੀਤਾ ਕਿਉਂਕਿ ਤੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਬਾਪ ਨਹੀਂ ਬਣ ਸਕਦਾ। ਇਸ ਕਰਕੇ ਮੈਂ ਤੇਰਾ ਹਰ ਜੁਰਮ ਮਾਫ ਕਰ ਦਿਉ, ਪਰ ਤੂੰ ਗਲਤ ਸੀ। ਮੈਂ ਇੰਨਾ ਬੇਵਕੂਫ ਨਹੀਂ ਹਾਂ ਕਿ ਮੈਂ ਕਿਸੇ ਦੂਸਰੇ ਦੇ ਬੱਚੇ ਨੂੰ ਆਪਣਾ ਨਾਮ ਦੇਵਾਂ। ਤੂੰ ਆਪਣਾ ਸਮਾਨ ਉਠਾ ਕੇ ਚਲੀ ਜਾ। ਮੇਰੇ ਸਹੁਰਾ ਸਾਹਿਬ ਨੇ ਗੁਰਜੀਤ ਨੂੰ ਸਮਝਾਇਆ, ਪਰ ਉਹ ਕਿੱਥੇ ਸਮਝਣ ਵਾਲੇ ਸੀ। ਉਹ ਤਾਂ ਗੁੱਸੇ ਵਿੱਚ ਸੁੱਧ ਬੁੱਧ ਖੋ ਬੈਠਾ ਸੀ। ਉਸ ਨੇ ਮੇਰਾ ਹੱਥ ਫੜ ਕੇ ਅੱਧੀ ਰਾਤ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਮੈਂ ਰੋਂਦੀ ਘਰ ਆ ਗਈ। ਮੇਰਾ ਤੇ ਗੁਰਜੀਤ ਦਾ ਰਿਸ਼ਤਾ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਹੀ ਖਤਮ ਹੋਣ ਵਾਲਾ ਸੀ। ਇਹ ਸੋਚਦੇ ਮੇਰੀ ਤਬੀਅਤ ਵਿਗੜਨ ਲੱਗੀ, ਪਰ ਮੈਨੂੰ ਉਸ ਦੀ ਫਿਕਰ ਸੀ ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਸਾਰੀ ਰਾਤ ਰੋ ਕੇ ਕੱਢੀ। ਸਵੇਰ ਹੁੰਦੇ ਹੀ ਮੇਰੀ ਸਹੇਲੀ ਜਾਣੀ ਕਿ ਰਿਸ਼ਤੇ ਵਿੱਚ ਲੱਗਦੀ ਮੇਰੀ ਨਨਾਣ ਆ ਗਈ। ਉਹ ਮੈਨੂੰ ਸਮਝਾ ਬੁਝਾ ਕੇ ਚਲੇ ਗਈ, ਪਰ ਮੈਨੂੰ ਆਪਣੀ ਸਹੇਲੀ ਦੀ ਗੱਲ ਤੇ ਬਿਲਕੁਲ ਯਕੀਨ ਨਹੀਂ ਸੀ। ਆਖਿਰ ਉਹ ਇਹ ਸਭ ਠੀਕ ਕਿਵੇਂ ਕਰੂ ਤੇ ਕਿਤੇ ਮੇਰੇ ਦਿਮਾਗ ਵਿੱਚ ਆਉਂਦਾ ਕਿ ਕਿਤੇ ਮੇਰਾ ਸਹੁਰਾ ਸਾਹਿਬ ਨੇ ਤਾਂ ਨਹੀਂ ਮੇਰੇ ਨਾਲ ਕੁਝ ਗਲਤ ਕਰ ਦਿੱਤਾ, ਕਿਉਂਕਿ ਉਸ ਘਰ ਵਿੱਚ ਗੁਰਜੀਤ ਤੋਂ ਇਲਾਵਾ ਮੇਰੇ ਸਹੁਰਾ ਸਾਹਿਬ ਹੀ ਸੀ ਜੋ ਮੇਰੇ ਨੇੜੇ ਸੀ। ਇਹ ਸੋਚ ਕੇ ਮੈਂ ਪਾਗਲ ਹੋਣ ਕਿਨਾਰੇ ਸੀ ਕਿ ਤੀਜੇ ਕੁ ਦਿਨ ਮੇਰੀ ਨਨਾਣ ਜਾਨੀ ਮੇਰੀ ਸਹੇਲੀ ਤੇ ਗੁਰਜੀਤ ਮੈਨੂੰ ਲੈਣ ਆ ਗਏ। ਗੁਰਜੀਤ ਨੂੰ ਦਰਵਾਜ਼ੇ ਤੇ ਦੇਖ ਕੇ ਮੈਂ ਹੈਰਾਨ ਹੋ ਗਈ। ਆਖਿਰ ਗੁਰਜੀਤ ਮੈਨੂੰ ਲੈਣ ਕਿਵੇਂ ਆ ਗਿਆ? ਲੇਕਿਨ ਮੇਰੇ ਲਈ ਤਾਂ ਸਿਰਫ ਇੰਨਾ ਹੀ ਕਾਫੀ ਸੀ ਕਿ ਮੈਨੂੰ ਦੁਬਾਰਾ ਗੁਰਜੀਤ ਦੀ ਜ਼ਿੰਦਗੀ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲ ਰਿਹਾ ਸੀ। ਮੈਂ ਬਿਨਾਂ ਕੁਝ ਬੋਲੇ ਗੱਡੀ ਵਿੱਚ ਬੈਠ ਗਈ। ਘਰ ਜਾ ਕੇ ਦੇਖਿਆ ਤਾਂ ਘਰ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ। ਸਹੁਰਾ ਸਾਹਿਬ ਨੇ ਬੜੀ ਖੁਸ਼ੀ ਨਾਲ ਮੇਰਾ ਸਵਾਗਤ ਕੀਤਾ। ਇਹ ਸਭ ਦੇਖ ਕੇ ਮੈਂ ਹੈਰਾਨ ਸੀ। ਮੇਰੀ ਸਹੇਲੀ ਨੇ ਮੈਨੂੰ ਬੜੇ ਪਿਆਰ ਨਾਲ ਗਲੇ ਲਗਾਇਆ ਤੇ ਮੈਨੂੰ ਕਿਹਾ, ਤੇਰਾ ਬਹੁਤ ਸ਼ੁਕਰੀਆ, ਤੂੰ ਮੈਨੂੰ ਭੂਆ ਬਣਨ ਦਾ ਮੌਕਾ ਦਿੱਤਾ। ਮੈਂ ਹੈਰਾਨੀ ਨਾਲ ਇੱਕ ਨਜ਼ਰ ਗੁਰਜੀਤ ਤੇ ਪਾਈ। ਉਹ ਉਂਝ ਨੀਵੀਂ ਪਾਏ ਖੜੇ ਸੀ।
ਫਿਰ ਮੇਰੀ ਨਨਦ ਮੈਨੂੰ ਸਾਰਾ ਸੱਚ ਦੱਸਣ ਲੱਗੀ ਕਿ ਤੇਰੇ ਪਾਪਾ ਨੂੰ ਤੇਰੇ ਉੱਪਰ ਪੂਰਾ ਵਿਸ਼ਵਾਸ ਸੀ ਕਿ ਤੂੰ ਬਹੁਤ ਵਧੀਆ ਕੁੜੀ ਹਾਂ, ਕਦੇ ਕੁਝ ਗਲਤ ਕਰ ਹੀ ਨਹੀਂ ਸਕਦੀ। ਪਾਪਾ ਨੇ ਗੁਰਜੀਤ ਨੂੰ ਸਮਝਾਇਆ ਤੇ ਅਸੀਂ ਉਸ ਲੇਡੀ ਡਾਕਟਰ ਕੋਲ ਗਏ ਜਿਸ ਨੇ ਪਹਿਲਾਂ ਦੱਸਿਆ ਸੀ ਕਿ ਗੁਰਜੀਤ ਕਦੇ ਬਾਪ ਨਹੀਂ ਬਣ ਸਕਦਾ। ਲੇਡੀ ਡਾਕਟਰ ਗੁਰਜੀਤ ਨੂੰ ਦੇਖ ਕੇ ਪਛਾਣ ਗਈ। ਜਦੋਂ ਗੁਰਜੀਤ ਨੇ ਉਸ ਨੂੰ ਦੱਸਿਆ ਕਿ ਮੇਰੀ ਪਤਨੀ ਪ੍ਰੈਗਨੈਂਟ ਹੈ ਤਾਂ ਲੇਡੀ ਡਾਕਟਰ ਨੇ ਕਿਹਾ, ਮੈਨੂੰ ਮਾਫ ਕਰ ਦਿਓ, ਤੁਹਾਡੇ ਅੰਦਰ ਕੋਈ ਕਮੀ ਨਹੀਂ ਸੀ। ਤੁਹਾਡੀ ਪਹਿਲੀ ਪਤਨੀ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ, ਇਸ ਕਰਕੇ ਉਸਨੇ ਮੈਨੂੰ ਪੈਸੇ ਦੇ ਕੇ ਝੂਠੀ ਰਿਪੋਰਟ ਬਣਵਾਈ ਸੀ ਤਾਂ ਕਿ ਉਹ ਤੁਹਾਨੂੰ ਤਲਾਕ ਦੇ ਸਕੇ। ਮੇਰੀ ਸਹੇਲੀ ਨੇ ਇਹ ਸਭ ਮੈਨੂੰ ਦੱਸ ਕੇ ਫਿਰ ਤੋਂ ਗੁਰਜੀਤ ਦੀ ਜ਼ਿੰਦਗੀ ਵਿੱਚ ਜਾਣ ਦਾ ਮੌਕਾ ਦੇ ਦਿੱਤਾ, ਨਹੀਂ ਤਾਂ ਮੈਂ ਸੋਚ ਕੇ ਹੀ ਮਰ ਜਾਂਦੀ ਕਿ ਇਹ ਬੱਚਾ ਕਿਸ ਦਾ ਹੈ। ਮੈਂ ਤਾਂ ਆਪਣੇ ਪਿਓ ਵਰਗੇ ਸਹੁਰਾ ਸਾਹਿਬ ਤੇ ਵੀ ਸ਼ੱਕ ਕਰਨ ਲੱਗ ਗਈ ਸੀ। ਗੁਰਜੀਤ ਮੇਰੇ ਤੋਂ ਆਪਣੇ ਕੀਤੇ ਦੀ ਮਾਫੀ ਮੰਗਣ ਲੱਗੇ, ਪਰ ਮੈਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਸੀ ਕਿਉਂਕਿ ਉਸ ਦੀ ਜਗ੍ਹਾ ਕੋਈ ਵੀ ਹੁੰਦਾ ਤਾਂ ਸ਼ਾਇਦ ਇਹੀ ਕਰਦਾ। ਮੇਰੇ ਸਹੁਰਾ ਸਾਹਿਬ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਮੈਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਸੋ ਦੋਸਤੋ, ਸਾਡੇ ਰਿਸ਼ਤੇ ਕਿੰਨੇ ਨਾਜ਼ੁਕ ਹੁੰਦੇ ਆ ਜਿਨ੍ਹਾਂ ਨੂੰ ਬੜੇ ਪਿਆਰ ਨਾਲ ਸੰਭਾਲ ਕੇ ਰੱਖਣਾ ਪੈਂਦਾ। ਕਦੇ-ਕਦੇ ਇਨਸਾਨ ਦੀ ਮਾਮੂਲੀ ਜਿਹੀ ਗਲਤੀ ਨਾਲ ਸਾਰੇ ਰਿਸ਼ਤੇ ਸ਼ੀਸ਼ੇ ਦੀ ਤਰ੍ਹਾਂ ਟੁੱਟ ਕੇ ਚੂਰ-ਚੂਰ ਹੋ ਜਾਂਦੇ ਆ। ਸੋ ਇਹ ਸੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।